ਵੀਰ ਜੀ ਉਹ ਕੌਣ ਨੇ, ਉਹ ਕੌਣ ਮਨੁੱਖ ਨੇ ਜਿਹੜੇ ਸਾਰੇ ਧਰਮਾਂ ਦੇ ਅੰਦਰ ਹੀ ਧਰਮਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕਰਦੇ ਹੈ, ਧਰਮ ਦੀ ਆੜ ਦੇ ਅੰਦਰ ਬਹੁਤ ਪੁੱਠੇ ਸਿੱਧੇ ਕੰਮ ਵੀ ਕਰਦੇ? ਉਹ ਕੌਣ ਲੋਕ ਨੇ, ਉਹ ਕੌਣ ਸ਼ਖਸ ਨੇ? ਉਹ ਧਰਮੀ ਨਹੀਂ ਨੇ? ਮੈਂ ਜੇ ਉਹਨਾਂ ਲੋਕਾਂ ਨੂੰ ਧਰਮੀ ਕਹਾਂ ਤੇ ਜਿਹੜਾ ਹੈ ਧਰਮੀ ਲੋਕਾਂ ਦਾ ਵੀ ਅਪਮਾਨ ਕਰਨ ਵਾਲੀ ਗੱਲ ਹੈ। ਕਿਉਂਕਿ ਚੰਡੀ ਦੀ ਵਾਰ ਦੇ ਵਿੱਚ ਲਿਖਿਆ ਜਾਂਦਾ ਹੈ, ਸਿਰਜੇ ਦਾਨਵ ਦੇਵਤੇ ਤਿਨੇ ਅੰਦਰ ਬਾਦ ਰਚਾਏ ਜੀ। ਤੇ ਇਹ ਅਕਾਲ ਪੁਰਖ ਆਪ ਹੀ ਸਭ ਕੁਝ ਸਿਰਜਦਾ ਹੈ, ਸੰਘਰਸ਼ ਵੀ ਆਪ ਕਰਾਉਂਦਾ, ਜਗਾਉਂਦਾ ਵੀ ਉਹ ਆਪ ਹੈ। ਜਦੋਂ ਇੱਕ ਮਾਨਵ ਆਪਣੇ ਹੱਕ ਸੱਚ ਲਈ ਲੜਨਾ ਭੁੱਲ ਜਾਂਦਾ ਹੈ, ਜਦੋਂ ਆਪਣੇ ਹੱਕ ਸੱਚ ਤੇ ਤੁਰਨਾ ਭੁੱਲ ਜਾਂਦਾ ਹੈ, ਜਦੋਂ ਇਹ ਕਹਿ ਕੇ ਬੈਠ ਜਾਂਦਾ ਹੈ ਕਿ ਅਕਾਲ ਪੁਰਖ ਆਪੇ ਕਰੇਗਾ, ਉਦੋਂ ਅਕਾਲ ਪੁਰਖ ਫਿਰ ਉਹਨੂੰ ਕਿਸੇ ਨਾ ਕਿਸੇ ਨਜ਼ਰੀਏ ਦੇ ਨਾਲ ਜਗਾਉਂਦਾ ਹੈ। ਤੇ ਖਾਲਸਾ ਜੀ ਉਹ ਹਾਲ ਅੱਜ ਖਾਲਸਾ ਪੰਥ ਦਾ ਹੋ ਰਿਹਾ। ਅਸੀਂ ਆਪਣੇ ਰਵਾਇਤੀ ਸ਼ਸਤਰ, ਆਪਣੀ ਗੁਰਬਾਣੀ ਦਾ ਉਹ ਨਿਤਨੇਮ, ਉਹ ਬਾਣੇ, ਉਹ ਸਭ ਕੁਝ ਭੁੱਲ ਚੁੱਕੇ ਤੇ ਉਹ ਅਕਾਲ ਪੁਰਖ ਅੱਜ ਸਾਨੂੰ ਜਗਾ ਰਿਹਾ, ਝੂਣ ਰਿਹਾ ਵੀ ਉੱਠੋ, ਜਾਗੋ ਮੇਰੇ ਪੁੱਤੋ ਜਾਗੋ। ਪਰ ਅਸੀਂ ਕਿਤੇ ਨਾ ਕਿਤੇ, ਸਾਡੇ ਕਈ ਵਾਰ ਤਾਂ ਕੀ ਹੁੰਦਾ ਹੈ, ਕਿੰਨੇ ਸਿਰ ਤਾਂ ਕਿੰਨੀਆਂ ਮਾਵਾਂ ਦੇ ਪੁੱਤਰ ਤਾਂ ਕੌਮ ਨੂੰ ਜਗਾਉਣ ਵਾਸਤੇ ਹੀ ਚਲੇ ਜਾਂਦੇ। ਕੌਮ ਲੱਗਦਾ ਸਿੱਖ ਕੌਮ ਤੁਹਾਨੂੰ ਖਤਰੇ ਵਿੱਚ ਹੈ? ਕੌਮ ਉਦੋਂ ਤੱਕ ਖਤਰੇ ਵਿੱਚ ਹੈ ਜਦੋਂ ਤੱਕ ਆਪਣਾ ਅਸਲੀ ਰੂਪ ਕੌਮ ਪਛਾਣਦੀ ਨਹੀਂ। ਕਿਉਂਕਿ ਸਾਨੂੰ ਜਿਹੜੇ ਧਰਮਾਂ ਨੂੰ ਸਾਡੇ ਤੋਂ ਖਤਰਾ ਹੈ ਨਾ, ਉਹਨਾਂ ਨੇ ਸਾਨੂੰ ਐਦਾਂ ਦਾ ਬਣਾ ਰੱਖਿਆ ਹੈ, ਸਾਡੀ ਮਾਨਸਿਕਤਾ ਇਸ ਤਰ੍ਹਾਂ ਦੀ ਬਣਾ ਦਿੱਤੀ ਹੈ ਕਿ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਜਿਹੜਾ ਹੈ ਆਹ ਕੰਮ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ। ਹੁਣ ਵੇਖੋ, ਸਾਡੇ ਅੰਦਰ ਇੱਕ ਮਾਨਸਿਕਤਾ ਪਾਈ ਗਈ ਕਿ ਤੁਸੀਂ ਜਿਹੜੀ ਹੈ ਇਹ ਕਿਰਪਾਨ ਬਾਹਰ ਨਹੀਂ ਕੱਢਣੀ, ਇਹ ਖੂਨ ਮੰਗਦੀ ਹੈ। ਹਾਂ, ਉਹ ਕਿਸ ਵਾਸਤੇ ਪਾਈ ਗਈ? ਤਾਂ ਕਿ ਜੇ ਕਿਰਪਾਨ ਚੱਕਣਗੇ ਤਾਂ ਹੱਕ ਮੰਗਣਗੇ। ਸਾਡੇ ਪੰਜਾਬ ਦੇ ਵਿੱਚ ਡੇਰਾਵਾਦ ਕਿਸ ਵਾਸਤੇ ਬਣਾਇਆ ਗਿਆ? ਤਾਂ ਕਿ ਜੇ ਕਿਸੇ ਨਾ ਕਿਸੇ ਧਰਮ ਨਾਲ ਜੁੜਨਗੇ, ਜੇ ਡੇਰੇ ਵਾਲੇ ਸਾਧ ਨਹੀਂ ਹੋਣਗੇ ਤੇ ਸਿੱਖ ਬਣ ਜਾਣਗੇ, ਸਿੱਖ ਬਣਨਗੇ ਤਾਂ ਹੱਕ ਮੰਗਣਗੇ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਚੈਨਲ। ਮੈਂ ਹਾਂ ਸੁਖਵੰਤ ਸਿੰਘ ਮੱਖੂ। ਗੱਲ ਕਰਦੇ ਹਾਂ ਧਰਮਾਂ ਦੀ, ਗੱਲ ਕਰਦੇ ਹਾਂ ਕੌਮਾਂ ਦੀ। ਖਾਸ ਕਰਕੇ ਅਸੀਂ ਪੰਜਾਬ ਦੇ ਵਸਿੰਦੇ ਹਾਂ ਤੇ ਪੰਜਾਬ ਦੇ ਅੰਦਰ ਗੱਲ ਕਰਦੇ ਹਾਂ ਸਿੱਖ ਧਰਮ ਦੀ, ਜਿਸ ਧਰਮ ਦੇ ਅੰਦਰ ਅਸੀਂ ਜਨਮ ਲਿਆ। ਪਰ ਸਮਾਜ ਵਿੱਚ ਵਿਚਰ ਕੇ ਹਰ ਇੱਕ ਧਰਮ ਨੂੰ ਦੇਖ ਰਹੇ ਹਾਂ ਵੀ ਕਿਹੜਾ ਧਰਮ ਕਿਸ ਤਰੀਕੇ ਦੇ ਨਾਲ ਆਪਣੀ ਸੋਚ ਮੁਤਾਬਕ ਆਪਣੇ ਧਰਮ ਨੂੰ ਗਾਂਹ ਲਿਜਾਣ ਦੀ ਗੱਲ ਕਰਦਾ ਹੈ, ਕਿਹੜਾ ਧਰਮ ਕਿੱਥੋਂ ਤੱਕ ਸੀਮਤ ਹੈ। ਕਿਉਂਕਿ ਹਰ ਇੱਕ ਧਰਮ ਦੇ ਅੰਦਰ ਬਹੁਤ ਨੇਕ ਇਨਸਾਨ ਵੀ ਨੇ ਤੇ ਹਰ ਇੱਕ ਧਰਮ ਦੇ ਅੰਦਰ ਇਹੋ ਜਿਹੇ ਲੋਕ ਵੀ ਨੇ ਜਿਹੜੇ ਧਰਮ ਨੂੰ ਕਲੰਕਿਤ ਵੀ ਕਰਦੇ ਨੇ ਤੇ ਧਰਮ ਨੂੰ ਧਕੇਲਣ ਦਾ ਪਿਛਲੇ ਪਾਸੇ ਨੂੰ ਯਤਨ ਕਰ ਰਹੇ ਹਨ। ਬਹੁਤ ਗੱਲਾਂ ਬਾਤਾਂ ਕਰਾਂਗੇ ਅਸੀਂ। ਵਿਸ਼ੇਸ਼ ਗੱਲਬਾਤ ਸਾਡੀ ਸਿੱਖ ਕੌਮ ਦੇ ਉੱਪਰ ਵੀ ਰਹੇਗੀ ਤੇ ਸਾਰੇ ਧਰਮਾਂ ਦੇ ਉੱਪਰ ਵੀ ਗੱਲ ਕਰਨ ਦਾ ਅਸੀਂ ਜ਼ਰੂਰ ਯਤਨ ਕਰਾਂਗੇ। ਸਾਡੇ ਨਾਲ ਵੀਰ ਹਰਜੀਤ ਸਿੰਘ ਨੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਇਹਨਾਂ ਦਾ ਸਵਾਗਤ ਕਰ ਲਈਏ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੱਲ ਆਰੰਭਤਾ ਦੇ ਅੰਦਰ ਹੀ ਮੈਂ ਬੇਨਤੀ ਇਹੀ ਕਰ ਦਿੱਤੀ ਤੇ ਸਵਾਲ ਪਹਿਲਾਂ ਮੇਰਾ ਇਹੀ ਹੈ, ਧਰਮਾਂ ਦੇ ਅੰਦਰ ਬਹੁਤ ਨੇਕ ਇਨਸਾਨ ਵੀ ਨੇ, ਹਾਂਜੀ, ਤੇ ਬਹੁਤ ਘਟੀਆ ਵੀ ਨੇ ਜਿਹੜੇ ਧਰਮਾਂ ਨੂੰ ਧਕੇਲਣ ਦਾ ਯਤਨ ਕਰ ਰਹੇ ਹਨ। ਹਾਂਜੀ। ਖਾਸ ਕਰਕੇ ਜੇ ਅਸੀਂ ਗੱਲ ਕਰੀਏ ਸਿੱਖ ਕੌਮ ਦੀ, ਤੇ ਸਿੱਖ ਕੌਮ ਦੇ ਅੰਦਰ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਐਸੇ ਘਟੀਆ ਇਨਸਾਨ ਨੇ ਜਿਹੜੇ ਕੌਮ ਨੂੰ ਇੱਕ ਖੁੱਡੇ ਲਾਉਣ ਦੀ ਗੱਲਬਾਤ ਕਰ ਰਹੇ ਨੇ। ਬਾਕੀ ਧਰਮਾਂ ਦੇ ਵਿੱਚ ਵੀ ਹੋਣਗੇ। ਨਜ਼ਰੀਆ ਕੀ ਹੈ ਤੁਹਾਡਾ ਇਸ? ਨਜ਼ਰੀਆ ਤਾਂ ਇਹੀ ਹੈ ਜੀ, ਜਿਹੜਾ ਸ਼ਖਸ ਬਾਣਾ ਪਾ ਕੇ ਗੁਰੂ ਘਰ ਦੇ ਵਾਸਤੇ ਵੇਖੋ ਸਾਬਤ ਸੂਰਤ ਬਣ ਕੇ, ਪਰ ਬਾਣੀ ਦੇ ਲਿਖੇ ਉੱਪਰ ਚੱਲ ਨਹੀਂ ਰਿਹਾ, ਜੋ ਕੁਝ ਬਾਣੀ ਦੱਸ ਰਹੀ ਹੈ ਉਸ ਅਨੁਸਾਰ ਚੱਲ ਨਹੀਂ ਰਿਹਾ ਜੀ। ਬਾਣੀ ਤੇ ਅਮਲ ਨਹੀਂ ਕਰ ਰਿਹਾ, ਸਿਰਫ ਤੇ ਸਿਰਫ ਉਹ ਰਾਜਨੀਤੀ ਤੇ ਚੱਲ ਰਿਹਾ ਹੈ। ਉਹ ਸ਼ਖਸ ਜਿਹੜਾ ਹੈ ਉਹ ਧਰਮ ਨੂੰ ਖਿੱਚ ਕੇ ਹਮੇਸ਼ਾ ਹੀ ਥੱਲੇ ਲੈ ਕੇ ਜਾਏਗਾ। ਜੋ ਗੁਰਬਾਣੀ ਦੇ ਸਿਧਾਂਤਾਂ ਉੱਪਰ ਨਾ ਚੱਲ ਕਰਕੇ ਰਾਜਨੀਤੀ ਦਬਾਅ ਹੇਠਾਂ ਚੱਲੇਗਾ ਪਰ ਬਾਣਾ ਪਾਇਆ ਹੋਏਗਾ, ਉਹ ਸ਼ਖਸ ਜਿਹੜਾ ਹੈ ਉਹ ਹਮੇਸ਼ਾ ਹੀ ਧਰਮ ਸਾਡੇ ਦਾ ਨੁਕਸਾਨ ਕਰੇਗਾ।
ਜੋ ਸ਼ਖਸ ਭਾਵੇਂ ਉਹਨੇ ਬਾਣਾ ਪਾਇਆ ਹੈ, ਚਾਹੇ ਉਹ ਸਹਿਜਧਾਰੀ ਹੈ, ਗੁਰਬਾਣੀ ਦੇ ਸਿਧਾਂਤਾਂ ਉੱਪਰ ਚੱਲਦਾ ਹੈ, ਜ਼ਿੰਦਗੀ ਜਿਉਂਦਾ ਹੈ, ਉਹ ਸ਼ਖਸ ਜਿਹੜਾ ਹੈ ਉਹਨੂੰ ਸਲੂਟ ਹੈ। ਉਹ ਗੁਰਬਾਣੀ ਦੇ ਅਨੁਸਾਰ ਚੱਲਦਾ ਹੈ, ਉਹ ਹੀ ਸੱਚਾ ਸਿੱਖ ਹੈ, ਉਹ ਹੀ ਖਾਲਸ ਹੈ, ਉਹ ਹੀ ਖਾਲਸਾ ਹੈ। ਨਾ ਕਿ ਬਾਣਾ ਪਾ ਕੇ ਰਾਜਨੀਤਿਕ ਦਬਾਅ ਥੱਲੇ ਜਿਉਣ ਵਾਲਾ ਤੇ ਰਾਜਨੀਤਿਕ ਦਬਾਅ ਹੇਠ ਲਿਆ ਕੇ ਲੋਕਾਂ ਨੂੰ ਦੱਬਣ ਕੁਚਲਣ ਵਾਲਾ ਸਿੱਖ। ਤੇ ਇਹੋ ਜਿਹੇ ਜਿਹੜੇ ਲੋਕ ਨੇ ਸਾਡੇ ਕੋਲ, ਉਹੀ ਸਾਡੇ ਧਰਮ ਦਾ ਨੁਕਸਾਨ ਕਰ ਰਹੇ ਨੇ। ਜਿਹੜੇ ਸਾਡੇ ਵੱਲ ਹੋਰ ਗੁਰਸਿੱਖ ਵੀਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਗੁਰਬਾਣੀ ਦਾ ਆਨੰਦ ਮਾਣਨਾ ਚਾਹੁੰਦੇ, ਕਿਉਂਕਿ ਮੇਰੀ ਨਜ਼ਰ ਦੇ ਵਿੱਚ ਖਾਲਸਾ ਹੀ ਇੱਕ ਐਸਾ ਧਰਮ ਹੈ ਜੋ ਸੰਪੂਰਨ ਹੈ। ਗੁਰਬਾਣੀ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਹਰ ਇੱਕ ਸਵਾਲ ਦਾ ਸਾਨੂੰ ਜਵਾਬ ਮਿਲਦਾ ਹੈ। ਜੇ ਜ਼ਿੰਦਗੀ ਦੇ ਵਿੱਚ ਅਸੀਂ ਵੇਖੀਏ, ਦੂਸਰੇ ਧਰਮ, ਕਈ ਧਰਮਾਂ ਦੇ ਵਿੱਚ ਸੰਤ ਬਣਾਉਣਾ, ਸੰਨਿਆਸੀ ਬਣਾਉਣਾ ਸਿਖਾਇਆ ਜਾਂਦਾ ਹੈ, ਪਰ ਸਾਨੂੰ ਗੁਰਬਾਣੀ ਸੰਤ ਦੇ ਨਾਲ ਸਿਪਾਹੀ ਬਣਨਾ ਵੀ ਸਿਖਾਉਂਦੀ ਹੈ, ਹੱਕ ਸੱਚ ਨਾਲ ਵਾਸਤੇ ਲੜਨਾ ਵੀ ਸਿਖਾਉਂਦੀ ਹੈ, ਰਾਜ ਕਰਨਾ ਵੀ ਸਿਖਾਉਂਦੀ ਹੈ ਜੀ। ਜਿਹੜੇ ਲੋਕ ਰਾਜਸੀ ਦਬਾਅ ਥੱਲੇ ਆ ਕੇ ਗੁਰਬਾਣੀ ਤੇ ਨਾ ਚੱਲ ਕਰਕੇ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਰਹੇ ਨੇ, ਮੈਂ ਕਹਿੰਦਾ ਉਸ ਤੋਂ ਵੱਡਾ ਸ਼ੈਤਾਨ ਕੋਈ ਨਹੀਂ ਹੈ। ਤੇ ਜਿਹੜੇ ਲੋਕ ਅਜੇ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਹੈ ਗੁਰਬਾਣੀ ਦੇ ਬਾਰੇ, ਫਿਰ ਵੀ ਗੁਰਬਾਣੀ ਦੇ ਸਿਧਾਂਤਾਂ ਤੇ ਅਨਪੜ੍ਹ ਹੋ ਕੇ ਵੀ ਸੱਚ ਦੇ ਰਸਤੇ ਦੇ ਉੱਤੇ ਚੱਲ ਰਹੇ ਨੇ, ਉਹ ਲੋਕ ਨੇ ਅਸਲ ਸਿੱਖ। ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ। ਤੇ ਅਸੀਂ ਜੀ, ਮੇਰਾ ਇੱਕ ਸਵਾਲ ਹੈ, ਇਹ ਆ ਵੀ ਹਰ ਇੱਕ ਧਰਮ ਹੈ, ਜਿੰਨੇ ਵੀ ਸਾਡੇ ਖਾਸ ਕਰਕੇ ਇਸ ਭਾਰਤ ਦੇਸ਼ ਦੇ ਅੰਦਰ ਅਸੀਂ ਸਾਰੇ ਧਰਮਾਂ ਨੂੰ ਦੇਖ ਰਹੇ ਹਾਂ, ਹਾਂਜੀ, ਹਰ ਇੱਕ ਧਰਮ ਦਾ ਇਹੀ ਕਹਿਣਾ ਵੀ ਸਾਡਾ ਧਰਮ ਖਤਰੇ ਵਿੱਚ ਹੈ ਜਾਂ ਸਾਡਾ ਧਰਮ ਖਤਰੇ ਵਿੱਚ ਹੈ। ਸਾਡੇ ਧਰਮ ਦੇ ਅੰਦਰ ਆਹ ਬੰਦੇ ਆ ਜਿਹੜੇ ਸਭ ਨੂੰ ਕੁਰਾਹੇ ਪਾ ਰਹੇ ਨੇ, ਜਿਹੜੇ ਹਮੇਸ਼ਾ ਹੀ ਉਹ ਉਸ ਧਰਮ ਦੇ ਲੋਕ ਉਹਨਾਂ ਨੂੰ ਕਈ ਵਾਰ ਡਾਂਟਦੇ ਵੀ ਦੇਖੇ ਗਏ, ਮੀਡੀਆ ਦੇ ਵਿੱਚ ਵੀ ਆਏ ਆ, ਐਸੇ ਸਾਡੇ ਵਿੱਚ ਵੀ ਨੇ। ਤੁਸੀਂ ਸਿੱਖ ਧਰਮ ਦੀ ਤਾਂ ਗੱਲ ਕਰ ਲਈ ਹੈ, ਪਰ ਦੂਸਰੇ ਜੇ ਅਸੀਂ ਕ੍ਰਿਸਚੈਂਟੀਆਂ ਦੀ ਗੱਲ ਕਰੀਏ, ਹਿੰਦੂ ਧਰਮ ਦੀ ਗੱਲ ਕਰੀਏ, ਜੈਨੀ ਬੋਧੀ, ਸਾਰਾ ਅਸੀਂ ਵੇਖੀਏ ਸਾਰਿਆਂ ਦੇ ਵਿੱਚ ਹੀ ਐਸੀ ਸੋਚ ਵਾਲੇ ਨੇ। ਕਾਰਨ ਕਿ ਜਿਹੜਾ ਬੰਦਾ ਧਰਮੀ ਹੋ ਜਾਂਦਾ ਹੈ, ਧਰਮ ਦੇ ਵਿੱਚ ਜਨਮ ਲੈ ਲੈਂਦਾ, ਫਿਰ ਉਹਦੀ ਮਾਨਸਿਕਤਾ ਇੰਨੀ ਗਿਰ ਕਿਉਂ ਜਾਂਦੀ ਹੈ? ਕਾਰਨ ਕੀ ਹੈ? ਜੇ ਧਰਮ ਦੇ ਅੰਦਰ ਅਸੀਂ ਜਨਮ ਲੈ ਲਿਆ, ਪਰ ਅਸੀਂ ਆਪਣੇ ਆਪ ਨੂੰ ਉਸ ਧਰਮ ਦੇ ਇਉਂ ਬਣਾ ਕੇ ਠੇਕੇਦਾਰੀ ਬਣ ਕੇ ਬਹਿ ਜਾਂਦੇ ਕਿ ਅਸੀਂ ਵੱਡੇ ਹਾਂ, ਇਹ ਲੋਕ ਜਿਹੜੇ ਆ ਸਾਥੋਂ ਇਹ ਸਭ ਅਣਜਾਣ ਨੇ, ਇਹਨਾਂ ਨੂੰ ਤਾਂ ਕਿਸੇ ਧਰਮ ਦੇ ਬਾਰੇ, ਸਾਡੇ ਧਰਮ ਦੇ ਬਾਰੇ ਬਹੁਤਾ ਗਿਆਨ ਹੀ ਹੈ ਨਹੀਂ। ਅਸੀਂ ਜਦੋਂ ਸਾਡੇ ਅੰਦਰ ਮੈਂ ਆ ਜਾਂਦੀ ਹੈ, ਹਉਮੈ ਆ ਜਾਂਦੀ ਹੈ, ਮੈਂ ਵੱਡਾ ਅਖਵਾਉਣ ਲੱਗ ਜਾਂਦੇ ਹਾਂ, ਤੇ ਕੀ ਹੁੰਦਾ ਹੈ? ਉਸ ਵੇਲੇ ਸਾਡਾ ਅਧੋਪਤਨ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਵੱਡਾ ਨਹੀਂ ਹੈ। ਤੇ ਜਦੋਂ ਅਸੀਂ ਆਪਣੇ ਆਪ ਨੂੰ ਮੈਂ ਵੱਡਾ ਕਹਾਉਣ ਲੱਗ ਜਾਂਦੇ ਤੇ ਅਕਾਲ ਪੁਰਖ ਦੇ ਸ਼ਰੀਕ ਹੀ ਬਣ ਬੈਨੇ, ਤੇ ਉਦੋਂ ਫਿਰ ਸਾਡੀ ਬੁੱਧੀ, ਸਾਡਾ ਗਿਆਨ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਅਸੀਂ ਫਾਇਦੇ ਦੀ ਬਜਾਏ ਆਪਣੇ ਧਰਮ ਦਾ ਨੁਕਸਾਨ ਕਰਨ ਲੱਗ ਜਾਂਦੇ। ਹਉਮੈ ਦੇ ਨਾਲ ਆ ਕੇ ਜੇ ਤਾਂ ਸਾਡੀ ਹਉਮੈ ਪੂਰੀ ਹੋ ਗਈ ਤਾਂ ਉਸ ਸ਼ਖਸ ਦੇ ਉੱਤੇ ਮੋਹ ਆ ਜਾਂਦਾ ਹੈ। ਜੇ ਉਸਨੇ ਵਿਰੋਧ ਕਰ ਦਿੱਤਾ ਤੇ ਉਹਦੇ ਉੱਪਰ ਕ੍ਰੋਧ ਆ ਜਾਂਦਾ ਹੈ, ਤੇ ਫਿਰ ਅਸੀਂ ਕ੍ਰੋਧ ਕਰਦੇ ਹਾਂ ਤੇ ਇਹਦੇ ਨਾਲ ਆਪਣੇ ਹੀ ਧਰਮ ਦਾ, ਜਿਸ ਧਰਮ ਦੇ ਵਿੱਚ ਉਹ ਲੋਕ ਜਨਮ ਲੈਂਦੇ ਨੇ, ਉਹ ਆਪਣੇ ਹੀ ਧਰਮ ਦਾ ਵਿਨਾਸ਼ ਕਰਨ ਲੱਗ ਜਾਂਦੇ ਨੇ। ਕਿਉਂਕਿ ਉਹਨਾਂ ਦੀ ਜਦੋਂ ਹਉਮੈ ਪੂਰੀ ਨਹੀਂ ਹੁੰਦੀ, ਉਹਨਾਂ ਦੇ ਕਹੇ ਤੇ ਜੋ ਉਹਨਾਂ ਨੂੰ ਇਉਂ ਲੱਗਦਾ ਹੈ ਜੋ ਅਸੀਂ ਕਹਿ ਰਹੇ ਹਾਂ ਵੀ ਉਹ ਸੱਚ ਹੈ, ਜੋ ਦੂਸਰਾ ਕਹਿ ਰਿਹਾ ਉਹ ਝੂਠ ਹੈ। ਕਿਉਂਕਿ ਉਹ ਧਰਮ ਦੀ ਗੱਲ ਤਾਂ ਅਸਲ ਦੇ ਵਿੱਚ ਸੁਣਨਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਇਉਂ ਲੱਗਦਾ ਵੀ ਸਾਡੀ ਜ਼ੁਬਾਨ ਹੀ ਧਰਮ ਹੈ। ਜਦੋਂ ਆਪਣੀ ਜ਼ੁਬਾਨ ਨੂੰ ਧਰਮ ਸਮਝਣ ਲੱਗ ਜਾਂਦੇ ਹੈ ਤੇ ਫਿਰ ਹਉਮੈ ਦੇ ਵਿੱਚ ਆ ਕੇ ਪਾਪ ਕਮਾਉਣ ਲੱਗ ਜਾਂਦੇ ਹੈ। ਤੇ ਇਸੇ ਕਰਕੇ ਉਹ ਲੋਕਾਂ ਨੂੰ ਜਦੋਂ ਸਿੱਖੀ ਦੇ ਨਾਲੋਂ ਜਾਂ ਕਿਸੇ ਵੀ ਧਰਮ ਦੇ ਆਪਣੇ ਧਰਮ ਨਾਲੋਂ ਤੋੜਨ ਲੱਗ ਜਾਂਦੇ ਹੈ, ਤੇ ਫਿਰ ਕੀ ਹੁੰਦਾ? ਆਪਣਾ ਹੀ ਨੁਕਸਾਨ ਕਰਨ ਲੱਗ ਜਾਂਦੇ ਤੇ ਆਪ ਹੀ ਗਿਰ ਜਾਂਦੇ। ਜਦੋਂ ਕਿਸੇ ਦੀ ਸੁਣਦੇ ਨਹੀਂ, ਹੰਕਾਰ ਦੇ ਵਸ ਹੋ ਕੇ ਗੁਰਬਾਣੀ ਨੂੰ ਛੱਡ ਕੇ, ਆਪਣੇ ਧਰਮ ਦੇ ਅਮਲੀ ਜੀਵਨ ਨੂੰ ਛੱਡ ਕੇ ਜਦੋਂ ਆਪਣੀ ਜੀਭ ਨੂੰ ਧਰਮ ਬਣਾ ਕੇ ਤੁਰ ਪੈਂਦੇ ਆ, ਉਦੋਂ ਨਿਗਾਰ ਆਉਣਾ ਸ਼ੁਰੂ ਹੋ ਜਾਂਦਾ। ਅਸੀਂ ਐਸਾ ਵੀ ਦੇਖਦੇ ਹਾਂ ਪੰਜਾਬ ਦੇ ਵਿੱਚ, ਇੱਕ ਤੋਂ ਦੂਸਰਾ ਧਰਮ, ਦੂਸਰੇ ਤੋਂ ਤੀਸਰਾ, ਤੇ ਇੱਕ ਦੂਸਰੇ ਦੇ ਧਰਮ ਨੂੰ ਧਰਮ ਦੇ ਉੱਪਰ ਕਹਿ ਲਓ ਵੀ ਆਪਣਾ ਦਬਾਅ ਪਾਉਣਾ ਚਾਹੁੰਦੇ ਨੇ। ਹਿੰਦੂ ਕਹਿੰਦੇ ਆ ਵੀ ਅਸੀਂ ਆਪਣੇ ਧਰਮ ਨੂੰ ਅਗਾਂਹ ਲਿਜਾਣਾ। ਗੱਲ ਤਾਂ ਹਰ ਇੱਕ ਆਪਣੇ ਧਰਮ ਨੂੰ ਅਗਾਂਹ ਲਿਜਾਣ ਦੀ ਗੱਲ ਕਰਦਾ, ਪਰ ਇੱਕ ਧਰਮ ਨੂੰ ਦਬਾ ਕੇ ਦੂਸਰਾ ਧਰਮ ਅਗਾਂਹ ਆਉਣ ਦੀ ਜਿਹੜੀ ਗੱਲ ਕਰਦਾ ਆ, ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ? ਉਹ ਕਹਿੰਦੇ ਆ ਵੀ ਸਾਡਾ ਧਰਮ ਅਗਲੇ ਪਾਸੇ ਆਏ। ਜੇ ਅੱਜ ਦੇ ਸਮੇਂ ਦੇ ਵਿੱਚ ਵੇਖ ਲਈਏ ਤੇ ਕ੍ਰਿਸਚੈਂਟੀ ਭਰਾ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਚਰਚਾਂ ਬਣ ਰਹੀਆਂ ਨੇ, ਉਹ ਵੀ ਘਰਾਂ ਦੇ ਵਿੱਚ ਆ ਕੇ ਰੋਜ਼ਾਨਾ ਹੀ
ਪੇਪਰ ਬਣ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਵੀ ਤੁਹਾਡਾ ਇਲਾਜ ਜਿਹੜਾ ਆ ਚਰਚ ਵਿੱਚ ਆਇਓ ਤੇ ਉੱਥੇ ਤੁਹਾਡਾ ਇਲਾਜ ਵੀ ਕੀਤਾ ਜਾਏਗਾ। ਸਾਰੇ ਧਰਮ ਇੱਕ ਦੂਸਰੇ ਨੂੰ ਦਬਾਉਣ ਤੇ ਕਿਉਂ ਤੁੱਲੇ ਹੋਏ ਆ ਜੀ? ਜਿਹੜਾ ਇਹ ਮੇਨ ਗੱਲ ਸਿਧਾਂਤ ਆ ਕੇ ਕਿੱਥੇ ਖੜਾ ਹੋ ਜਾਂਦਾ ਹੈ? ਸ਼ਬਦ ਗੁਰੂ ਤੇ। ਜਦੋਂ ਅਸੀਂ ਸ਼ਬਦ ਗੁਰੂ ਤੋਂ ਪਾਸੇ ਹੋ ਗਏ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਵਨ ਗੁਰੂ ਕਿਉਂ ਹੈ? ਪਵਨ ਦੇ ਨਾਲ ਕੰਠ ਦੇ ਵਿੱਚੋਂ ਸ਼ਬਦ ਨਿਕਲਦਾ ਹੈ। ਸ਼ਬਦ ਦੇ ਨਾਲ ਆਤਮਾ ਪਰਮਾਤਮਾ ਨਾਲ ਜੁੜਦੀ ਹੈ। ਜਿਸ ਸ਼ਬਦ ਨੂੰ ਜਪਣ ਨਾਲ ਆਤਮਾ ਪਰਮਾਤਮਾ ਨਾਲ ਜੁੜਦੀ, ਉਹ ਸ਼ਬਦ ਗੁਰੂ ਹੈ। ਗੁਰੂ ਸ਼ਬਦ ਦਾ ਅਰਥ ਹੈ ਜੋੜਨ ਵਾਲਾ। ਜੇ ਅਸੀਂ ਉਸ ਸ਼ਬਦ ਗੁਰੂ ਨੂੰ ਜਦੋਂ ਛੱਡ ਕੇ ਅਸੀਂ ਪਾਸੇ ਚਲੇ ਜਾਂਦੇ, ਅਸੀਂ ਆਪਣਾ ਧਰਮ ਗਿਣਾਉਣ ਲੱਗ ਜਾਂਦੇ, ਉਦੋਂ ਸਾਡੀ ਦੌੜ ਕਿਸ ਚੀਜ਼ ਦੀ ਲੱਗਦੀ ਹੈ ਕਿ ਮੇਰਾ ਧਰਮ ਅੱਗੇ ਹੈ, ਮੇਰਾ ਧਰਮ ਵੱਡਾ ਹੈ, ਮੇਰਾ ਧਰਮ ਵੱਡਾ ਹੈ। ਪਰ ਅਸਲ ਦੇ ਵਿੱਚ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਦਰਜ ਹੈ ਕਿ ਸ਼ਬਦ ਗੁਰੂ ਹੈ। ਗੁਰੂ ਸਾਹਿਬ ਨੇ ਤਾਂ ਜਾਪ ਸਾਹਿਬ ਬਾਣੀ ਦੇ ਵਿੱਚ ਕਿੰਨੇ ਨਾਂ ਲਿਖੇ ਨੇ, ਉਸ ਅਕਾਲ ਪੁਰਖ ਦੇ ਤਾਂ ਕਈ ਨਾਂ ਨੇ, ਕੋਈ ਅੰਤ ਹੀ ਹੈ ਨਹੀਂ। ਜਦੋਂ ਅਸੀਂ ਜਿੰਨੀ ਦੇਰ ਤੱਕ ਅਸੀਂ ਸ਼ਬਦ ਗੁਰੂ ਦੇ ਨਾਲ ਨਹੀਂ ਜੁੜਾਂਗੇ, ਚਾਹੇ ਉਹ ਸ਼ਬਦ ਅੱਲਾ ਅੱਲਾ ਹੈ, ਚਾਹੇ ਉਹ ਸ਼ਬਦ ਰਾਮ ਰਾਮ ਹੈ, ਚਾਹੇ ਉਹ ਸ਼ਬਦ ਵਾਹਿਗੁਰੂ ਵਾਹਿਗੁਰੂ ਹੈ, ਜਿਸ ਸ਼ਬਦ ਨੂੰ ਵਰਤਨ ਦੇ ਨਾਲ ਜਪਣ ਦੇ ਨਾਲ ਆਤਮਾ ਪਰਮਾਤਮਾ ਦੇ ਨਾਲ ਜੁੜ ਜਾਏ, ਉਹ ਸ਼ਬਦ ਗੁਰੂ ਹੈ। ਤੇ ਜੇਕਰ ਅਸੀਂ ਇਹਨਾਂ ਧਰਮਾਂ ਦੇ ਪਿੱਛੇ ਲੱਗ ਕੇ ਇਉਂ ਹੀ ਦੌੜਦੇ ਰਹੇ ਤਾਂ ਸਾਡਾ ਕੋਈ ਫਾਇਦਾ ਨਹੀਂ ਹੋਣ ਵਾਲਾ। ਤੇ ਇਹ ਲੋਕ ਜਿਹੜੇ ਆ, ਇਹਨਾਂ ਨੇ ਆਪਣੀ ਰੋਜੀ, ਆਪਣਾ ਜਿਹੜਾ ਸਭ ਕੁਝ ਪੇਟ ਭਰਨ ਦੇ ਵਾਸਤੇ ਲੋਕਾਂ ਨੂੰ ਲੜਾਇਆ ਹੋਇਆ। ਆਪਣਾ ਜਿਹੜਾ ਪੰਜਾਬੀ ਦੇ ਵਿੱਚ ਲੋਕ ਕਹਿੰਦੇ ਨੇ ਵੀ ਆਪਣਾ ਉੱਲੂ ਸਿੱਧਾ ਕਰਨ ਵਾਸਤੇ, ਆਪਣਾ ਮਤਲਬ ਕੱਢਣ ਵਾਸਤੇ ਜੀ ਇਹਨਾਂ ਲੋਕਾਂ ਨੇ ਲੋਕਾਂ ਨੂੰ ਲੜਾਇਆ ਹੋਇਆ। ਤੇ ਪਰ ਹੁਣ ਕੀ ਹੋ ਰਿਹਾ, ਇਹ ਬਾਕੀ ਸਾਰੇ ਧਰਮਾਂ ਨੂੰ ਸਿੱਖ ਧਰਮ ਤੋਂ ਡਰ ਲੱਗਦਾ, ਜਿਸ ਕਰਕੇ ਇਹ ਸਿੱਖ ਧਰਮ ਨੂੰ ਦਬਾਉਣਾ ਚਾਹੁੰਦੇ। ਕਿਉਂਕਿ ਇਹ ਸਿੱਖ ਧਰਮ ਇੱਕ ਐਸਾ ਧਰਮ ਹੈ ਜੋ ਉਸ ਸੱਚ ਦੇ ਰਾਹ ਨਾਲ, ਅਸਲ ਸੱਚ ਦੇ ਨਾਲ ਜੋੜਦਾ। ਜੋ ਸਵਾਲ ਜ਼ਿੰਦਗੀ ਦੇ ਵਿੱਚ ਉੱਠ ਖੜਾ ਹੁੰਦਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਹੈ, ਔਰ ਉਹ ਸਵਾਲ ਦਾ ਜਵਾਬ ਸਿੱਖ ਧਰਮ ਦੇ ਅੰਦਰ ਹੈ। ਬਿਲਕੁਲ ਵੀਰ ਜੀ, ਉਹ ਕੌਣ ਨੇ, ਉਹ ਕੌਣ ਮਨੁੱਖ ਨੇ ਜਿਹੜੇ ਸਾਰੇ ਧਰਮਾਂ ਦੇ ਅੰਦਰ ਹੀ ਧਰਮਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕਰਦੇ ਆ, ਧਰਮ ਦੀ ਆੜ ਦੇ ਅੰਦਰ ਬਹੁਤ ਪੁੱਠੇ ਸਿੱਧੇ ਕੰਮ ਵੀ ਕਰਦੇ ਆ? ਉਹ ਕੌਣ ਲੋਕ ਨੇ, ਉਹ ਕੌਣ ਸ਼ਖਸ ਨੇ? ਉਹ ਧਰਮੀ ਨਹੀਂ ਨੇ? ਮੈਂ ਜੇ ਉਹਨਾਂ ਲੋਕਾਂ ਨੂੰ ਧਰਮੀ ਕਹਾਂ ਤੇ ਜਿਹੜਾ ਹੈ ਧਰਮੀ ਲੋਕਾਂ ਦਾ ਵੀ ਅਪਮਾਨ ਕਰਨ ਵਾਲੀ ਗੱਲ ਹੈ। ਕਿਉਂਕਿ ਚੰਡੀ ਦੀ ਵਾਰ ਦੇ ਵਿੱਚ ਲਿਖਿਆ ਜਾਂਦਾ ਹੈ, ਸਿਰਜੇ ਦਾਨਵ ਦੇਵਤੇ ਤਿਨੇ ਅੰਦਰ ਬਾਦ ਰਚਾਇਆ ਜੀ। ਤੇ ਇਹ ਅਕਾਲ ਪੁਰਖ ਆਪ ਹੀ ਸਭ ਕੁਝ ਸਿਰਜਦਾ ਹੈ, ਸੰਘਰਸ਼ ਵੀ ਆਪ ਕਰਾਉਂਦਾ, ਜਗਾਉਂਦਾ ਵੀ ਉਹ ਆਪ ਹੈ। ਜਦੋਂ ਇੱਕ ਮਾਨਵ ਆਪਣੇ ਹੱਕ ਸੱਚ ਲਈ ਲੜਨਾ ਭੁੱਲ ਜਾਂਦਾ ਹੈ, ਜਦੋਂ ਆਪਣੇ ਹੱਕ ਸੱਚ ਤੇ ਤੁਰਨਾ ਭੁੱਲ ਜਾਂਦਾ ਹੈ, ਜਦੋਂ ਇਹ ਕਹਿ ਕੇ ਬੈਠ ਜਾਂਦਾ ਕਿ ਅਕਾਲ ਪੁਰਖ ਆਪੇ ਕਰੇਗਾ, ਉਦੋਂ ਅਕਾਲ ਪੁਰਖ ਫਿਰ ਉਹਨੂੰ ਕਿਸੇ ਨਾ ਕਿਸੇ ਨਜ਼ਰੀਏ ਦੇ ਨਾਲ ਜਗਾਉਂਦਾ ਹੈ। ਤੇ ਖਾਲਸਾ ਜੀ ਉਹ ਹਾਲ ਅੱਜ ਖਾਲਸਾ ਪੰਥ ਦਾ ਹੋ ਰਿਹਾ। ਅਸੀਂ ਆਪਣੇ ਰਵਾਇਤੀ ਸ਼ਸਤਰ, ਆਪਣੀ ਗੁਰਬਾਣੀ ਦਾ ਉਹ ਨਿਤਨੇਮ, ਉਹ ਬਾਣੇ, ਉਹ ਸਭ ਕੁਝ ਭੁੱਲ ਚੁੱਕੇ। ਤੇ ਉਹ ਅਕਾਲ ਪੁਰਖ ਅੱਜ ਸਾਨੂੰ ਜਗਾ ਰਿਹਾ, ਝੂਣ ਰਿਹਾ ਵੀ ਉੱਠੋ, ਜਾਗੋ ਮੇਰੇ ਪੁੱਤੋ ਜਾਗੋ। ਪਰ ਅਸੀਂ ਕਿਤੇ ਨਾ ਕਿਤੇ, ਸਾਡੇ ਕਈ ਵਾਰ ਤਾਂ ਕੀ ਹੁੰਦਾ, ਕਿੰਨੇ ਸਿਰ ਤਾਂ ਕਿੰਨੀਆਂ ਮਾਵਾਂ ਦੇ ਪੁੱਤਰ ਤਾਂ ਕੌਮ ਨੂੰ ਜਗਾਉਣ ਵਾਸਤੇ ਹੀ ਚਲੇ ਜਾਂਦੇ। ਕੌਮ ਲੱਗਦਾ ਸਿੱਖ ਕੌਮ ਤੁਹਾਨੂੰ ਖਤਰੇ ਵਿੱਚ ਹੈ? ਕੌਮ ਉਦੋਂ ਤੱਕ ਖਤਰੇ ਵਿੱਚ ਹੈ ਜਦੋਂ ਤੱਕ ਆਪਣਾ ਅਸਲੀ ਰੂਪ ਕੌਮ ਪਛਾਣਦੀ ਨਹੀਂ। ਕਿਉਂਕਿ ਸਾਨੂੰ ਜਿਹੜੇ ਧਰਮਾਂ ਨੂੰ ਸਾਡੇ ਤੋਂ ਖਤਰਾ ਹੈ ਨਾ, ਉਹਨਾਂ ਨੇ ਸਾਨੂੰ ਇੱਦਾਂ ਦਾ ਬਣਾ ਰੱਖਿਆ ਹੈ, ਸਾਡੀ ਮਾਨਸਿਕਤਾ ਇਸ ਤਰ੍ਹਾਂ ਦੀ ਬਣਾ ਦਿੱਤੀ ਹੈ ਕਿ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਜਿਹੜਾ ਹੈ ਆਹ ਕੰਮ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ। ਹੁਣ ਵੇਖੋ, ਸਾਡੇ ਅੰਦਰ ਇੱਕ ਮਾਨਸਿਕਤਾ ਪਾਈ ਗਈ ਕਿ ਤੁਸੀਂ ਜਿਹੜੀ ਹੈ ਇਹ ਕਿਰਪਾਨ ਬਾਹਰ ਨਹੀਂ ਕੱਢਣੀ, ਇਹ ਖੂਨ ਮੰਗਦੀ ਹੈ। ਹਾਂ, ਉਹ ਕਿਸ ਵਾਸਤੇ ਪਾਈ ਗਈ? ਤਾਂ ਕਿ ਜੇ ਕਿਰਪਾਨ ਚੱਕਣਗੇ ਤਾਂ ਹੱਕ ਮੰਗਣਗੇ। ਸਾਡੇ ਪੰਜਾਬ ਦੇ ਵਿੱਚ ਡੇਰਾਵਾਦ ਕਿਸ ਵਾਸਤੇ ਬਣਾਇਆ ਗਿਆ?
ਤਾਂ ਕਿ ਜੇ ਕਿਸੇ ਨਾ ਕਿਸੇ ਧਰਮ ਨਾਲ ਜੁੜਨਗੇ, ਜੇ ਡੇਰੇ ਵਾਲੇ ਸਾਧ ਨਹੀਂ ਹੋਣਗੇ ਤੇ ਸਿੱਖ ਬਣ ਜਾਣਗੇ, ਸਿੱਖ ਬਣਨਗੇ ਤਾਂ ਹੱਕ ਮੰਗਣਗੇ। ਜੇ ਹੱਕ ਮੰਗਣਗੇ ਤੇ ਫਿਰ ਅਸੀਂ ਨਾਂ ਦਿੱਤਾ ਤੇ ਫਿਰ ਖਾਲਸਾ ਪੰਥ ਦੇ ਅੰਦਰ ਤਾਂ ਚੱਲਿਆ ਆਉਂਦਾ ਚੂਕਾਰ ਅਜਾ ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਜਦੋਂ ਕਿਸੇ ਪਵਿੱਤਰ ਮਕਸਦ ਨੂੰ ਹਾਸਲ ਕਰਨ ਵਾਸਤੇ ਸਾਰੇ ਹੀਲੇ ਵਰਤ ਜਾਣ ਤੇ ਗੱਲ ਨਾ ਬਣੇ, ਉਦੋਂ ਕਿਰਪਾਨ ਦੀ ਮੁੱਠੀ ਨੂੰ ਹੱਥ ਪਾ ਲੈਣਾ ਜਾਇਜ਼ ਹੈ, ਕੋਈ ਨਜਾਇਜ਼ ਨਹੀਂ ਹੈ। ਤੇ ਇਹੀ ਮਾਨਸਿਕਤਾ ਸਾਡੀ ਸਰਕਾਰ ਸਾਡੀ ਖਤਮ ਕਰਨਾ ਚਾਹੁੰਦੀ। ਕਿਉਂ? ਗੁਰੂ ਸਾਹਿਬ ਨੇ ਆਖਿਆ ਵੀ ਸਿੱਖ ਦੇ ਭਗਉਤੀ ਅੰਗ ਸੰਗ ਸਹਾਈ ਹੁੰਦੀ ਹੈ। ਤੇ ਸਾਡੀ ਸਰਕਾਰ ਨੇ ਕੀ ਕੀਤਾ, ਕਾਨੂੰਨ ਬਣਾ ਦਿੱਤਾ ਸਾਡੇ ਵਾਸਤੇ ਵੀ ਇਹ ਜਿਹੜੀ ਕਿਰਪਾਨ ਹੈ ਜਿਹਨੂੰ ਭਗਉਤੀ ਕਹਿੰਦੇ ਅਸੀਂ, ਵੀ ਇਹ 9 ਇੰਚ ਦੀ ਰੱਖਣੀ ਹੈ। ਜੇ 9 ਇੰਚ ਦੀ ਹੋਏਗੀ ਤੇ ਸਾਡੇ ਅੰਗ ਸੰਗ ਸਹਾਈ ਕਿਵੇਂ ਹੋਵੇਗੀ? 9 ਇੰਚ ਦੀ ਕਿਰਪਾਨ ਨਾਲ ਤਾਂ ਖਾਲਸਾ ਜੀ ਕੁੱਤਾ ਵੀ ਵੱਢ ਕੇ ਤੁਰ ਜਾਏਗਾ। ਜਦੋਂ ਤੱਕ ਅਸੀਂ 9 ਇੰਚ ਦੀ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਦੇ ਵਿੱਚ ਉਹ ਵੀ ਲੋਡ ਨਹੀਂ ਹੈ, ਉਹ ਵੀ ਕਿੰਤੂ ਕਰਦੇ ਨੇ। ਹਾਂਜੀ, ਮੈਨੂੰ ਉਤਾਰ ਦਿਓ। ਤੁਸੀਂ ਗੱਲ ਵੱਡੀ ਕਿਰਪਾਨ ਦੀ ਕਰਦੇ ਹੋ, ਉਹ ਤਾਂ ਛੋਟੀ ਵੀ ਉਤਾਰਨ ਵਾਸਤੇ ਕਹਿੰਦੇ ਆ। ਖਾਲਸਾ ਜੀ ਜਦੋਂ ਤੱਕ ਅਸੀਂ ਇਹਨਾਂ ਦੇ ਅੰਡਰ ਇਹ ਦੱਬ ਕੇ ਰਹਾਂਗੇ, ਅਸੀਂ ਬੋਲਾਂਗੇ ਨਹੀਂ, ਅਸੀਂ ਲੜਾਂਗੇ ਨਹੀਂ, ਓਨੀ ਦੇਰ ਤੱਕ ਸਾਡਾ ਕੁਝ ਨਹੀਂ ਹੋ ਸਕਦਾ। ਇਹਦੇ ਵਿੱਚ ਕਸੂਰ ਸਰਕਾਰ ਦਾ ਨਹੀਂ ਹੈ, ਸਾਡੇ ਆਪਣੇ ਸਿੱਖ ਭਰਾ ਹੀ ਕਸੂਰਵਾਰ ਨੇ। ਉਹ ਤੁਸੀਂ ਪੁੱਛੋਗੇ ਕਿਉਂ? ਕਿਉਂਕਿ ਅਸੀਂ ਆਪ ਹੀ ਆਪਣੀਆਂ ਵੱਡੀਆਂ ਕਿਰਪਾਨਾਂ ਲਾ ਕੇ ਛੋਟੀਆਂ ਪਾ ਲਈਆਂ। ਅਸੀਂ ਆਪਦੇ ਆਪ ਨਾਲ ਕਿਤੇ ਨਾ ਕਿਤੇ ਸਮਝੌਤਾ ਕਰ ਲਿਆ, ਆਪਣੀ ਮਾਨਸਿਕਤਾ ਬਣਾ ਲਈ, ਨਹੀਂ ਵੀ ਛੋਟੀ ਠੀਕ ਹੈ। ਜਦੋਂ ਤੱਕ ਅਸੀਂ ਆਪਣੇ ਮੂਲ ਰੂਪ ਨੂੰ ਪਛਾਣਦੇ ਨਹੀਂ, ਓਨੀ ਦੇਰ ਆਪਣਾ ਆਪ ਅਸੀਂ ਗਵਾਉਂਦੇ ਹੀ ਜਾਵਾਂਗੇ। ਜੋ ਕੁਝ ਅਕਾਲ ਪੁਰਖ ਨੇ ਸਾਨੂੰ ਦਿੱਤਾ ਉਹਦੇ ਉੱਪਰ ਪਹਿਰਾ ਦੇਣ ਦੀ ਸਾਨੂੰ ਲੋੜ ਹੈ। ਜੇ ਅਸੀਂ ਅਕਾਲ ਪੁਰਖ ਦਾ ਭਾਣਾ ਨਹੀਂ ਮੰਨਦੇ, ਉਹਦੇ ਕਹੇ ਅਨੁਸਾਰ ਨਹੀਂ ਚੱਲਦੇ, ਤਾਂ ਸਾਡਾ ਜਿਹੜਾ ਹੈ ਖਾਤਮਾ ਤਾਂ ਹੋਣਾ ਹੈ। ਤੁਹਾਨੂੰ ਕੀ ਲੱਗਦਾ ਹੈ, ਸਿੱਖ ਕੌਮ ਹੀ, ਸਿੱਖ ਧਰਮ ਹੀ ਖਤਰੇ ਵਿੱਚ ਹੈ ਜਾਂ ਕੋਈ ਹੋਰ ਧਰਮ ਵੀ ਬਹੁਤ ਨੇ, ਖਾਸ ਕਰਕੇ ਭਾਰਤ ਵਿੱਚ ਉਹਨਾਂ ਨੂੰ ਵੀ ਖਤਰਾ ਹੈ? ਜਿਸ ਤਰੀਕੇ ਦੇ ਨਾਲ ਅੱਜ ਬਹੁਤ ਸਮੇਂ ਦੀਆਂ ਸਰਕਾਰਾਂ ਨੇ ਜਿਨ੍ਹਾਂ ਦੀਆਂ ਸੈਂਟਰ ਦੇ ਵਿੱਚ ਉਹ ਆਪਣੇ ਧਰਮ ਨੂੰ ਵੀ ਪ੍ਰਫੁੱਲਤ ਕਰ ਰਹੀਆਂ ਨੇ, ਜਿਸ ਤਰੀਕੇ ਨਾਲ ਵੇਖਿਆ ਜਾ ਸਪਸ਼ਟ ਰੂਪ ਅੰਦਰ ਹੀ ਕਹਿ ਦਿਆਂ ਦਰਸ਼ਕੋ, ਤੁਹਾਨੂੰ ਲੱਗਦਾ ਹੈ ਵੀ ਦੂਸਰੇ ਧਰਮਾਂ ਨੂੰ ਇਸ ਪ੍ਰਕਾਰ ਹੈ ਕੁਛ, ਉਹਨਾਂ ਨੂੰ ਵੀ ਖਤਰਾ ਵੀ ਸਾਨੂੰ ਵੀ ਜਿਹੜਾ ਹੈ ਘੱਟ ਗਿਣਤੀਆਂ ਕਰਕੇ ਦਬਾਇਆ ਜਾ ਰਿਹਾ ਹੈ? ਘੱਟ ਗਿਣਤੀ ਤਾਂ ਨਹੀਂ, ਇੱਕ ਬਹੁਤ ਵੱਡੀ ਤੇ ਬਹੁ ਗਿਣਤੀ ਹੈ ਜਿਹਨੂੰ ਆਪਣੇ ਆਪ ਤੋਂ ਹੀ ਖਤਰਾ ਹੈ, ਜਿਹੜੀ ਆਪਣੇ ਆਪ ਨੂੰ ਮਿਟਾ ਰਹੀ ਹੈ ਜੀ, ਤੇ ਆਪਣੀਆਂ ਕਮਜ਼ੋਰੀਆਂ ਛਪਾਉਣ ਵਾਸਤੇ ਦੂਜੇ ਧਰਮਾਂ ਨੂੰ ਦੱਬ ਰਹੀ ਹੈ ਜੀ। ਉਹ ਗਿਣਤੀ ਹੈ ਹਿੰਦੂ ਧਰਮ ਦੀ। ਤੇ ਉਹ ਨੁਕਸਾਨ ਕੀ ਕਰ ਰਹੀ ਹੈ? ਆਪਣੇ ਆਪ ਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਆਪਣੇ ਲੋਕਾਂ ਨੂੰ ਹੀ ਦੱਬ ਕੁਚਲ ਰਹੀ ਹੈ ਜੀ, ਆਪਣਾ ਹੀ ਨੁਕਸਾਨ ਕਰ ਰਹੀ ਹੈ। ਤੇ ਆਪਣੀ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਸਿੱਖ ਕੌਮ ਦਾ ਤਾਂ ਕਿਤੇ ਨਾ ਕਿਤੇ ਢਾਹ ਲੱਗ ਰਹੀ ਹੈ। ਜਿਸ ਤਰੀਕੇ ਦੇ ਨਾਲ RSSP ਘੁਸਪੈਠ ਕਰ ਚੁੱਕੀ ਹੈ ਸਾਰਾ ਕੁਝ, ਕਿ ਸਿੱਖ ਕੌਮ ਤੋਂ ਅਲੱਗਾ ਧਰਮ, ਜੇ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰਦੇ ਹਾਂ ਈਸਾਈ ਧਰਮ ਦੀ ਗੱਲ ਕਰਦੇ ਹਾਂ ਜਾਂ ਜੈਨੀਆਂ ਦੇ ਧਰਮ ਦੀ ਗੱਲ ਕਰਦੇ ਹਾਂ, ਹੋਰ ਕਮਿਊਨਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸੇ ਪ੍ਰਕਾਰ ਖਤਰਾ ਹੈ ਕਿ ਅਸੀਂ ਆਪਣੀ ਆਵਾਜ਼ ਨੂੰ ਹੂਕ ਹੂਕ ਕੇ ਕਹਿ ਰਹੇ ਹਾਂ ਦੁਨੀਆ ਦੇ ਲੋਕਾਂ ਨੂੰ ਵੀ ਸਾਨੂੰ ਦਬਾਇਆ ਜਾ ਰਿਹਾ, ਸਾਡੇ ਵਿੱਚ ਘੁਸਪੈਠ ਹੋ ਰਹੀ ਹੈ। ਕਿ ਉਧਰ ਵੀ ਘੁਸਪੈਠ ਹੋ ਰਹੀ ਹੈ ਜਾਂ ਨਹੀਂ ਹੋ ਰਹੀ? ਇਹ ਜਿਹੜੀ ਕਮਿਊਨਿਟੀ ਹੈ, ਖਾਸ ਕਰ ਜਿਹਨੂੰ ਹਿੰਦੂ ਦਾ ਨਾਂ ਦਿੱਤਾ ਗਿਆ, ਮੈਂ ਇਹਨੂੰ ਧਰਮ ਦੇ ਨਾਲ ਨਹੀਂ ਜੋੜਾਂਗਾ ਜੀ, ਕਿਉਂਕਿ ਮੈਂ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਜੀ। ਜਿਹੜੇ ਇਹ ਲੋਕ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਸ਼ੈਤਾਨ ਹੈ, ਜਿਹੜੇ ਨਾ ਹਿੰਦੂ ਧਰਮ ਦਾ ਲੈ ਕੇ ਚੱਲ ਰਹੇ ਹੈ ਜੀ, ਇਹ ਇੱਕ ਐਸਾ ਨਿਊਕਲੀਅਰ ਹੈ ਜੋ ਸਭ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ, ਤੇ ਕਈ ਧਰਮਾਂ ਨੂੰ ਇਹ ਨਿਗਲ ਵੀ ਚੁੱਕਿਆ ਹੈ। ਬੁੱਧ ਧਰਮ ਨੂੰ ਇਸ ਨਿਊਕਲੀਅਰ ਨੇ ਨਿਗਲ ਲਿਆ, ਜੈਨ ਧਰਮ ਨੂੰ ਇਸ ਨੇ ਖਤਮ ਕੀਤਾ, ਤੇ ਸਿੱਖ ਧਰਮ ਨੂੰ ਵੀ ਢਾਹ ਲਾ ਰਿਹਾ। ਹੋਰ ਕਈ ਐਸੇ ਛੋਟੇ ਧਰਮ ਨੇ, ਪਾਰਸੀ ਨੇ, ਹੋਰ ਕਈ ਧਰਮ ਨੇ ਜਿਨ੍ਹਾਂ ਨੂੰ ਇਹ ਖਤਮ ਕਰਨ ਵਾਸਤੇ ਲੱਗਿਆ ਹੋਇਆ। ਕਿਉਂਕਿ ਇਹ ਜੋ ਹੈ, ਮੈਂ ਇੱਥੇ ਬ੍ਰਾਹਮਣ ਸ਼ਬਦ ਉਸ ਸੱਚੇ ਸੁੱਚੇ ਬ੍ਰਾਹਮਣ ਲਈ ਨਹੀਂ ਵਰਤ ਰਿਹਾ ਜੋ ਬ੍ਰਹਮ ਦਾ ਗਿਆਨੀ ਹੁੰਦਾ। ਅਸਲ ਬ੍ਰਾਹਮਣ ਉਹ ਹੈ
ਜਿਸ ਨੂੰ ਬ੍ਰਹਮ ਦਾ ਗਿਆਨ ਹੁੰਦਾ, ਜੋ ਚਾਰੇ ਵਰਣਾਂ ਨੂੰ ਬਰਾਬਰ ਉਪਦੇਸ਼ ਦਿੰਦਾ ਹੈ। ਮੈਂ ਉਸ ਵਾਸਤੇ ਬ੍ਰਾਹਮਣ ਸ਼ਬਦ ਨਹੀਂ ਵਰਤ ਰਿਹਾ, ਮੇਰੇ ਹਿੰਦੂ ਵੀਰ ਇਸ ਗੱਲ ਨੂੰ ਮਹਿਸੂਸ ਨਾ ਕਰਨ। ਮੈਂ ਉਸ ਵਾਸਤੇ ਬ੍ਰਾਹਮਣ ਸ਼ਬਦ ਹੀ ਵਰਤਿਆ ਜਿਹੜਾ ਬ੍ਰਾਹਮਣ ਹਿੰਦੂਆਂ ਨੂੰ ਹੀ ਥੱਲੇ ਲਾ ਕੇ ਜਾਤਾਂ ਪਾਤਾਂ 'ਚ ਵੰਡ ਕੇ ਤੋੜ ਕੇ, ਤੇ ਮੈਂ ਇੱਥੋਂ ਤੱਕ ਵੇਖਿਆ ਪੁਰਾਣੇ ਸਮੇਂ ਦੇ ਵਿੱਚ ਕਿ ਜਿਹੜਾ ਕੋਈ ਸ਼ੂਦਰ ਬੱਚਾ ਨਾਂ ਲੈ ਦਿੰਦਾ ਨਾ ਰੱਬ ਦਾ, ਉਹਦੀ ਜੀਭ ਵੱਢ ਦਿੰਦਾ। ਇਹੋ ਜਿਹਾ ਇਹ ਸ਼ੈਤਾਨ ਹੈ ਜਿਹੜਾ ਰਾਜਾ ਆਉਂਦਾ ਹੈ ਉਸੇ ਰਾਜੇ ਦੇ ਪਿੱਛੇ ਆ ਕੇ ਖੜ ਜਾਂਦਾ ਹੈ ਤੇ ਰਾਜ ਇਹ ਆਪ ਕਰਦਾ ਤੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਦੂਜੇ ਧਰਮਾਂ ਦਾ ਨਾਸ਼ ਕਰਦਾ ਤੁਰਿਆ ਜਾਂਦਾ, ਇੱਥੋਂ ਤੱਕ ਕਿ ਆਪਣੇ ਧਰਮ ਦੇ ਜਿਹੜੇ ਸੱਚੇ ਸੁੱਚੇ ਇਨਸਾਨ ਨੇ ਉਹਨਾਂ ਨੂੰ ਵੀ ਮਰਵਾ ਦਿੰਦਾ, ਧਰਮੀ ਬੰਦਿਆਂ ਨੂੰ। ਹਾਂਜੀ ਬਿਲਕੁਲ। ਤੇ ਇਹ ਕਈ ਹਜ਼ਾਰਾਂ ਸਾਲਾਂ ਤੋਂ ਇਹ ਕਰਦਾ ਆ ਰਿਹਾ, ਅੱਜ ਦਾ ਨਹੀਂ ਹੈ। ਤੇ ਜਦੋਂ ਇਹਨਾਂ ਧਰਮਾਂ ਦੇ ਉੱਤੇ ਸੰਕਟ ਆਇਆ, ਜਦੋਂ ਵੀ ਕੋਈ ਜਿਹੜਾ ਹਾਵੀ ਹੋਇਆ ਕਿਸੇ ਥਾਂ ਤੇ ਸੱਚੀ ਸੁੱਚੀ ਮਾਨਵਤਾ ਦੇ ਉੱਤੇ, ਉਦੋਂ ਉਸ ਅਕਾਲ ਪੁਰਖ ਨੇ ਕਿਸੇ ਨਾ ਕਿਸੇ ਨੂੰ ਰੂਪ ਅਵਤਾਰ ਦੇ ਕੇ ਇਸ ਧਰਤੀ ਦੇ ਉੱਤੇ ਘੱਲਿਆ। ਤੇ ਹੁਣ ਤੇ ਗੁਰੂ ਸਾਹਿਬ ਨੇ ਜਿਹੜੀ ਹੈ ਆਪਣੀ ਫੌਜ ਹੀ ਉਸ ਅਕਾਲ ਪੁਰਖ ਨੇ ਧਰਤੀ ਦੇ ਉੱਤੇ ਘੱਲੀ ਹੋਈ ਹੈ ਜੀ, ਜਿਹਨੂੰ ਖਾਲਸਾ ਕਿਹਾ ਜਾਂਦਾ ਹੈ। ਤੇ ਖਾਲਸੇ ਨੂੰ ਵੀ ਅੱਜ ਇਹ ਜਿਹੜਾ ਸ਼ੈਤਾਨ ਉਹ ਕੀ ਕਰ ਰਿਹਾ, ਉਹ ਇਹਨੂੰ ਕਹਿ ਰਿਹਾ ਵੀ ਤੂੰ ਆਪਣੇ ਸ਼ਸਤਰ ਜਿਹੜੇ ਆ ਰੱਖ ਦੇ, ਤੂੰ ਆਪਣੇ ਸ਼ਸਤਰ ਜਿਹੜਾ 9 ਇੰਚ ਦੇ ਪਾ, ਤੂੰ ਮੈਟਰੋ ਦੇ ਵਿੱਚ ਲੈ ਕੇ ਨਹੀਂ ਚੜ੍ਹ ਸਕਦਾ, ਤਾਂ ਕਿ ਇਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਵੇ, ਸਾਨੂੰ ਸ਼ੇਰਾਂ ਤੋਂ ਗਿੱਦੜ ਬਣਾ ਸਕੇ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਆ ਕੇ ਤੁਸੀਂ ਜਿਹੜਾ ਆ ਆਪਣਾ ਪੱਖ ਰੱਖਿਆ ਤੇ ਸਪਸ਼ਟ ਰੂਪ ਅੰਦਰ ਵੀਰ ਹਰਜੀਤ ਸਿੰਘ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਕਿੰਨੇ ਧਰਮਾਂ ਨੂੰ ਨਿਗਲ ਲਿਆ, ਜਿਹੜੇ ਧਰਮ ਦਾਅਵਾ ਕਰਦੇ ਆ ਵੀ ਸਾਡਾ ਹੀ ਧਰਮ ਹੈ, ਸਭ ਤੋਂ ਵੱਡਾ ਮਹਾਨ ਧਰਮ ਹੀ ਸਾਡਾ ਹੈ। ਧਰਮ ਸਾਰੇ ਹੀ ਆਪੋ ਆਪਣੀ ਜਗ੍ਹਾ 'ਤੇ ਠੀਕ ਨੇ, ਮੁਬਾਰਕ ਨੇ, ਅਸੀਂ ਸਾਰਿਆਂ ਨੂੰ ਹੀ ਸਜਦਾ ਕਰਦੇ। ਸਾਡੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੇ ਹੀ ਸਾਨੂੰ ਇਹੀ ਦੱਸਿਆ। ਪਰ ਨਵੇਕਲਾ ਧਰਮ ਸਿੱਖ ਧਰਮ ਵੀ ਹੈ ਜਿੱਥੇ ਉਪਦੇਸ਼ ਚਹੋ ਵਰਨਾ ਕੋ ਸਾਂਝਾ ਦੀ ਗੱਲ ਬਾਬੇ ਨੇ ਕੀਤੀ ਸੀ। ਤੇ ਤਾਂ ਹੀ ਤਾਂ ਅੱਜ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਦਰਵਾਜ਼ੇ ਇਸ ਕਰਕੇ ਰੱਖੇ। ਇਹ ਧਰਮ ਇਕੱਲੇ ਸਿੱਖਾਂ ਦਾ ਨਹੀਂ ਹੈ, ਇਹ ਧਰਮ ਦੁਨੀਆ 'ਤੇ ਵਸਣ ਵਾਲੇ ਹਰ ਇੱਕ ਸ਼ਖਸ ਦਾ ਹੈ। ਜਿਹੜਾ ਮਨੁੱਖ ਸੱਚੀ ਉਹ ਸੱਚੇ ਕਰਤਾਰ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਏਗਾ ਤੇ ਉਹ ਅਸਲ ਉਹ ਗੁਰੂ ਦਾ ਸਿੱਖ ਹੋਵੇਗਾ, ਜਿਹੜਾ ਗੁਰੂ ਦੀ ਜਿਹੜਾ ਪਰਮਾਤਮਾ ਦੀ ਸਿੱਖਿਆ ਦੇ ਨਾਲ ਚੱਲੇਗਾ। ਸਿੱਖ ਉਹੀ ਨਹੀਂ ਹੈ ਕਿ ਜਿਹਦੇ ਸਿਰ ਦੇ ਉੱਪਰ ਹੀ ਦਸਤਾਰ ਸਜਾਈ ਹੋਈ ਹੈ ਜਾਂ ਜਿਹੜਾ ਦੇਖਣ ਨੂੰ ਸਿੱਖ ਲੱਗਦਾ ਹੈ। ਸਿੱਖ ਗੁਰੂ ਸਾਹਿਬ ਕਹਿੰਦੇ ਉਹ ਹੈ ਜਿਹਦੇ ਅੰਦਰ ਗੁਰੂ ਪ੍ਰਤੀ ਪਿਆਰ ਵੀ ਹੈ, ਸ਼ਰਧਾ ਵੀ ਹੈ। 10ਵੇਂ ਪਾਤਸ਼ਾਹ ਜੀ ਨੇ ਬਾਣੀ ਤੇ ਬਾਣਾ ਸਾਨੂੰ ਬਖਸ਼ਿਆ, ਪਰ ਐਸਾ ਵੀ ਬਹੁਤ ਕੁਝ ਹੈ ਵੀ ਬਾਣਾ ਪਾ ਕੇ ਵੀ ਇਨਸਾਨ ਬਹੁਤ ਕੁਝ ਗਲਤ ਹਰਕਤਾਂ ਕਰਦੇ ਆ। ਹਰ ਇੱਕ ਧਰਮ ਦੇ ਅੰਦਰ ਪਹਿਲਾਂ ਹੀ ਗੱਲ ਕਰ ਦਿੱਤੀ ਹੈ। ਮੈਂ ਆਪਣੇ ਧਰਮ ਦੀ ਗੱਲ ਕਰਦਾ, ਸਿੱਖ ਧਰਮ ਦੀ ਗੱਲ ਕਰਦਾ। ਸਿੱਖ ਧਰਮ ਦੇ ਅੰਦਰ ਵੀ ਬਹੁਤ ਐਸੇ ਨੇ ਜਿਹੜੇ ਬਾਣੇ ਨੂੰ ਵੀ ਬਦਨਾਮ ਕਰਦੇ ਨੇ। ਸਿੱਖ ਧਰਮ ਦੇ ਅੰਦਰ ਐਸੇ ਵੀ ਬਹੁਤ ਨੇ ਜਿਹੜੇ ਸਹਿਜਧਾਰੀ ਨੇ, ਜਿਹੜੇ ਗੁਰੂ ਦਾ ਦਰਦ ਲੈ ਕੇ ਸ਼ਹੀਦੀਆਂ ਦਾ ਜਾਮ ਵੀ ਜਿਹੜੇ ਪੀ ਚੁੱਕੇ ਨੇ, ਜਿਨ੍ਹਾਂ ਦੇ ਉੱਪਰ ਮੁੱਖ ਦੇ ਉੱਪਰ ਦਾੜਾ ਵੀ ਨਹੀਂ ਸੀ। ਬਹੁਤ ਐਸੇ ਨੌਜਵਾਨ ਸੀ। ਸਿੱਖ ਹਿਸਟਰੀ ਫੋਰ ਲਓ, ਜੇ ਤੁਸੀਂ ਜੂਨ 1984 ਤੋਂ ਲੈ ਕੇ ਬਾਅਦ ਦੇ ਅੰਦਰ ਜਿਹੜੀ ਵੀ ਲਹਿਰ ਚੱਲਦੀ ਹੈ, ਵੱਖੋ ਵੱਖਰੀਆਂ ਜਥੇਬੰਦੀਆਂ ਆਉਂਦੀਆਂ ਨੇ ਆਪਣੇ ਹੱਕ ਲੈਣ ਵਾਸਤੇ, ਉਸ ਤੋਂ ਬਾਅਦ ਦੇ ਅੰਦਰ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਹੱਕ ਲੈਣ ਵਾਸਤੇ ਨੌਜਵਾਨ ਜੂਝਦੇ ਆ। ਬਹੁਤ ਵੱਡੀ ਗਿਣਤੀ ਉਹਨਾਂ ਨੌਜਵਾਨਾਂ ਦੀ ਵੀ ਹੈ ਜਿਨ੍ਹਾਂ ਦੇ ਮੂੰਹ ਦੇ ਉੱਪਰ ਦਾੜਾ ਨਹੀਂ ਸੀ, ਅੰਦਰ ਦਰਦ ਜ਼ਰੂਰ ਸੀ ਗੁਰੂ ਪ੍ਰਤੀ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ, ਗੁਰੂ ਦੇ ਬਚਨਾਂ ਨੂੰ ਪਾਲਣ ਵਾਲਾ ਗੁਰੂ ਦਾ ਨਿਆਰਾ ਪੁੱਤ ਹੈ। ਸੋ ਇਸ ਵਾਸਤੇ ਨਾਲ ਹੀ ਗੁਰੂ ਸਾਹਿਬ ਨੇ ਸਾਨੂੰ 1699 ਦੀ ਵਿਸਾਖੀ 'ਤੇ ਉਪਦੇਸ਼ ਦਿੱਤਾ ਸੀ, ਜਿੱਥੇ ਤੁਹਾਡੇ ਅੰਦਰ ਗੁਰੂ ਪ੍ਰਤੀ ਪਿਆਰ ਸ਼ਰਧਾ ਹੈ ਉੱਥੇ ਤੁਸੀਂ ਬਾਣੇ ਦੇ ਧਾਰਨੀ ਵੀ ਹੋਣਾ, ਤੁਹਾਡੇ ਸੀਸ 'ਤੇ ਦਸਤਾਰ ਹੋਣੀ ਵੀ ਲਾਜ਼ਮੀ ਹੈ, ਤੁਹਾਡੇ ਮੁੱਖ ਦੇ ਉੱਪਰ ਦਾੜਾ ਹੋਣਾ ਵੀ ਲਾਜ਼ਮੀ ਹੈ। 5 ਕਕਾਰੀ ਤੁਸੀਂ ਹੋਵੋ, ਤੁਹਾਡੇ ਅੰਦਰ ਸਾਰੇ ਗੁਣ ਹੋਣ, ਤਾਂ ਹੀ ਤੁਸੀਂ ਰੱਬ ਦੇ ਨਿਆਰੇ ਖਾਲਸੇ ਹੋ, ਰੱਬ ਦੇ ਉਸ ਗੁਰੂ ਪਾਤਸ਼ਾਹ ਜੀ ਦੇ ਨਿਆਰੇ ਪੁੱਤੋ। ਇਸ ਵਾਸਤੇ ਦਰਸ਼ਕੋ ਅਪੀਲ ਕਰਾਂਗਾ, ਜਿਹੜੇ ਵੀਰ ਸਾਡੇ ਸਹਿਜਧਾਰੀ ਨੇ, ਅੰਦਰ ਤੁਸੀਂ ਜ਼ਰੂਰ ਕਹਿੰਦੇ ਹੋ ਸਾਡੇ ਸਿੱਖਿਆ, ਬਿਲਕੁਲ ਹਕੀਕਤ ਦੇ ਅੰਦਰ ਅਸੀਂ ਜਾਣਦੇ ਹਾਂ ਤੁਹਾਡੇ ਅੰਦਰ ਬਹੁਤ ਦਰਦ ਹੈ, ਪਰ ਗੁਰੂ ਦਾ ਵੀ ਹੁਕਮ ਹੈ
ਵੀ ਤੁਸੀਂ ਅੰਮ੍ਰਿਤਧਾਰੀ ਹੋਣਾ ਜ਼ਰੂਰ ਹੈ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ। ਅਖੀਰ ਤੇ ਮੈਂ ਇਹੀ ਅਪੀਲਾਂ ਕਰਦਾ ਹੋਇਆ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।